Namaskar, Adab, and welcome to Countdown to BC Elections 2020. Today is the last day before the elections. ਤੇ ਅੱਜ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਕੀ ਟ੍ਰੈਂਡ ਚੱਲ ਰਿਹਾ ਹੈ, ਕੀ ਖਬਰਾਂ ਆ ਰਹੀਆਂ ਤੇ ਇਸ ਦੇ ਲਈ ਮੇਰੇ ਨਾਲ ਅੱਜ ਸ਼ਾਮਲ ਹਨ ਸਾਡੇ ਔਨ ਵੈਰੀ ਡੀਅਰ ਅਰਸ਼ ਜਿਹੜੇ ਕਿ ਸਾਡੇ ਨਿਊਜ਼ ਕਾਸਟ ਹੈ ਤੇ ਬਾਕੀ ਸਾਡੇ ਸਾਰੇ ਪ੍ਰੋਗਰਾਮਾਂ 'ਚ ਇਹ ਹਿੱਸਾ ਲੈਂਦੇ ਆ। ਬਹੁਤ ਸੋਹਣੇ ਤਰੀਕੇ ਨਾਲ ਇਹ ਕੰਮ ਕਰ ਰਹੇ ਅਰਸ਼ ਜੀ। ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਇਲੈਕਸ਼ਨ ਦਾ ਟਾਈਮ ਅਰਸ਼ ਆ ਗਿਆ ਤੇ ਮੈਨੂੰ ਕਾਫੀ ਲੋਕਾਂ ਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਕਾਫੀ ਲੋਕਾਂ ਨੇ ਮਿਲ ਕਰਨਾ ਐਂਡ ਦੈਨ ਯੈਸਟਰਡੇ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਿਹੜੇ ਆਮ ਆਡੀਅנס ਹੈ ਉਹਨਾਂ ਤੋਂ ਵੀ ਕਮੈਂਟਸ ਲਏ ਸੀ, ਉਹਦੇ ਬਾਰੇ ਦੱਸੋ ਕਿਸ ਤਰ੍ਹਾਂ ਦੇ ਆਪਣੇ ਵਿਊਜ਼ ਲੋਕਾਂ ਦੇ ਆ ਰਹੇ ਇਲੈਕਸ਼ਨ ਬਾਰੇ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਨਾਲੇ ਹੁਣ BC ਇਲੈਕਸ਼ਨ ਹੈ ਤੇ ਅਸੀਂ ਹਰ ਪਲ ਦੀ ਖਬਰ ਜਿਹੜੀ ਹੈ ਆਪਣੇ ਜਿਹੜੇ ਦਰਸ਼ਕ ਹੈਗੇ ਵਿਊਅਰਸ ਹੈਗੇ ਉਹਨਾਂ ਤੱਕ ਪਹੁੰਚਾ ਰਹੇ ਹੈਗੇ ਕਿ ਕੀ ਕੁਝ ਹੋ ਰਿਹਾ BC ਦੀ ਇਲੈਕਸ਼ਨ ਦੇ ਵਿੱਚ। ਸਭ ਤੋਂ ਜ਼ਿਆਦਾ ਵੱਡੀ ਟੱਕਰ ਜਿਹੜੀ ਹੈ ਲਿਬਰਲਸ ਤੇ NDP ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਹੈ ਕਿ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈਗੀ ਹੈ। ਵਾਅਦੇ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਵੱਖ-ਵੱਖ ਪ੍ਰੋਮਿਸਿਸ ਕੀਤੇ ਜਾ ਰਹੇ ਨੇ। ਇੱਕ ਪਾਰਟੀ ਇੱਦਾਂ ਲੱਗ ਰਿਹਾ ਕਿ ਇੱਕ ਪਾਰਟੀ ਜਦੋਂ ਇੱਕ ਪ੍ਰੋਮਿਸ ਕਰਦੀ ਹੈ ਦੂਜੀ ਪਾਰਟੀ ਉਹਨਾਂ ਦਾ ਪ੍ਰੋਮਿਸ ਸੁਣ ਕੇ ਥੋੜ੍ਹਾ ਜਿਹਾ ਹੋਰ ਐਕਸਟੈਂਡ ਕਰਕੇ ਪ੍ਰੋਮਿਸਿਸ ਨੂੰ ਹੋਰ ਉਹਨਾਂ ਨੂੰ ਵਧਾ ਚੜਾ ਕੇ ਫਿਰ ਉਹੀ ਸੇਮ ਅਨਾਊਂਸਮੈਂਟ ਲੱਗ ਰਹੀ ਹੈ। ਕਈ ਵਾਰ ਤਾਂ ਇਹੀ ਲੱਗ ਰਿਹਾ ਕਿ ਲਿਬਰਲ ਨੇ ਵੀ ਉਹੀ ਅਨਾਊਂਸਮੈਂਟ ਕੀਤੀ ਹੈ, NDP ਨੇ ਵੀ ਉਹੀ ਅਨਾਊਂਸਮੈਂਟ ਕੀਤੀ ਹੈ, ਪਰ ਹੁਣ ਪੂਰੀ ਕੌਣ ਕਰੂਗਾ, ਕਿਹਦੇ ਤੇ ਲੋਕ ਵਿਸ਼ਵਾਸ ਕਰਨਗੇ, ਉਹ ਕੱਲ ਦਾ ਦਿਨ ਦੱਸੂਗਾ। 24 ਤਰੀਕ ਨੂੰ ਵੋਟਾਂ ਹੈਗੀਆਂ ਨੇ, ਇੱਕ ਦਿਨ ਰਹਿ ਗਿਆ ਹੈਗਾ। ਵੋਟਾਂ ਬਹੁਤ ਪੈ ਗਈਆਂ ਹੈਗੀਆਂ ਨੇ ਐਡਵਾਂਸ ਪੋਲਿੰਗ ਦੇ ਵਿੱਚ। 1.1 ਮਿਲੀਅਨ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ ਜੀ। ਹਾਂਜੀ, ਤੇ ਇਸ ਦੇ ਨਾਲ ਨਾਲ ਜਿਹੜੇ ਆਪਣੇ ਮੇਲ ਇਨ ਬੈਲਟਸ ਹੈ ਉਹ 480,000 ਦੇ ਕਰੀਬ ਜਿਹੜੇ ਇਲੈਕਸ਼ਨਸ BC ਨੂੰ ਪਹੁੰਚ ਚੁੱਕੇ ਹੈ ਤੇ ਉਸ ਦਾ ਕਰਕੇ ਇਹ ਪੋਸੀਬਿਲਿਟੀ ਹੈ ਵੀ ਰਿਜ਼ਲਟਸ ਥੋੜੇ ਜਿਹੇ ਡਿਲੇ ਹੋ ਜਾਣ। ਜੇ ਤਾਂ ਪਿਕਚਰ ਕਲੀਅਰ ਹੋ ਗਈ ਕੱਲ ਰਾਤ ਨੂੰ ਐਂਡ ਇਟਸ ਅ ਵੈਰੀ ਕਲੀਅਰ ਵਨ ਸਾਈਡਡ, ਦੈਨ ਪੋਸੀਬਿਲਿਟੀ ਕੱਲ 9-10 ਵਜੇ ਤੱਕ ਉਹ ਦੱਸ ਦੇਣਗੇ ਕਿਹੜੀ ਪਾਰਟੀ ਗਵਰਨਮੈਂਟ ਫਾਰਮ ਕਰੂਗੀ। ਪਰ ਜੇ ਕਲੋਜ਼ ਰੇਸ ਹੋਈ ਤੇ ਫਿਰ ਆਪਾਂ ਨੂੰ ਆਲਮੋਸਟ 14 ਦਿਨ ਵੇਟ ਕਰਨਾ ਪੈਣਾ ਹੈ। ਸੋ ਇਸ ਕਰਕੇ ਇਹ ਬੜਾ ਹੀ ਵੱਖਰਾ ਇਲੈਕਸ਼ਨ ਸੀਗਾ ਬਿਕੋਜ਼ ਆਫ COVID-19 ਐਂਡ ਕੰਪੇਨ ਦਾ ਸਟਾਈਲ ਵੀ ਬੜਾ ਡਿਫਰੈਂਟ ਸੀ। ਲੋਕੀ ਬੜਾ ਡਿਸਟੈਂਸ ਰੱਖ ਰਹੇ ਸੀ, ਡੋਰ ਨੌਕਿੰਗ, ਰੈਲੀਜ਼ ਵਗੈਰਾ ਦਾ ਜਿਹੜਾ ਹੈਗਾ, ਕਾਰਾਂ ਦੇ ਵਿੱਚ ਰੈਲੀਜ਼ ਹੋਈਆਂ, ਡੈਲਟਾ 'ਚ ਹੋਈ ਹੈ, ਅੱਜ ਹੋ ਰਹੀ ਹੈ, ਆਪਣੇ ਸਰੀ ਦੇ ਵਿੱਚ ਰੈਲੀ ਹੋਣੀ ਹੈ। ਸੋ ਇਸ ਕਰਕੇ ਜਿਹੜਾ ਇਹ ਇਲੈਕਸ਼ਨ ਹੈ ਮੇਰੇ ਖਿਆਲ ਇਨ ਅ ਲੋਟ ਆਫ ਵੇਜ਼ BC ਜਿਹੜਾ ਇਲੈਕਸ਼ਨਸ BC ਹੈ ਉਹ ਵੀ ਦੇਖ ਰਿਹਾ ਕਿ ਸ਼ਾਇਦ ਅੱਗੇ ਤੋਂ ਇਹ ਟ੍ਰੈਂਡ ਚੇਂਜ ਹੀ ਹੋ ਜੇ ਕਿ ਲੋਕੀ ਐਡਵਾਂਸ ਪੋਲਸ ਤੇ ਜਿਹੜੇ ਮੇਲ ਇਨ ਬੈਲਟ 'ਚ ਪ੍ਰੈਫਰ ਕਰਨ ਲੱਗ ਪੈਣ। ਸੋ ਇਸ ਕਰਕੇ ਬਾਕੀ ਜਿਹੜਾ ਤੁਸੀਂ ਕਿਹਾ ਅਰਸ਼ ਕਿ ਪਾਰਟੀਆਂ ਦੇ ਜਿਹੜੇ ਪਲੇਟਫਾਰਮ ਹੈ, ਯੂ ਆਰ 100% ਰਾਈਟ, ਦੇ ਆਰ ਸੋ ਸਿਮਿਲਰ। ਬਿਲਕੁਲ। ਤੇ ਇੱਕ ਪਾਰਟੀ ਅਨਾਊਂਸ ਕਰਦੀ ਹੈ ਜਿਵੇਂ ਤੁਸੀਂ ਕਿਹਾ, ਦੂਜੀ ਪਾਰਟੀ ਬੜੀ ਸਿਮਿਲਰ ਥੋੜੀ ਜਿਹੀ ਉਹਨੂੰ ਵਿੰਡੋ ਡਰੈਸਿੰਗ ਕਰਕੇ ਤੇ ਉਹ ਅਨਾਊਂਸ ਕਰ ਦਿੰਦੇ ਆ। ਬਿਲਕੁਲ ਜੀ, ਜਿੱਦਾਂ ਅਸੀਂ ਗੱਲ ਕਰ ਰਹੇ ਹੈਗੇ ਕਿ ਵੱਖ-ਵੱਖ ਇਸ਼ੂ ਹੈਗੇ ਨੇ, ਪਰ ਸਭ ਤੋਂ ਜ਼ਿਆਦਾ ਨਾਰਾਜ਼ ਮੈਨੂੰ ਜਿਹੜੇ ਪੀਪਲ ਵਿਦ ਡਿਸੇਬਿਲਟੀ ਹੈ ਨਾ ਉਹ ਲੱਗ ਰਹੇ ਨੇ। ਉਹਨਾਂ ਲਈ ਪ੍ਰੋਮਿਸ ਕੋਈ ਵੀ ਨਹੀਂ ਆਇਆ ਵੋਟਾਂ ਦੇ ਵਿੱਚ। ਵੋਟਾਂ ਦੇ ਵਿੱਚ ਜਿਵੇਂ ਸਰੀ ਇੱਕ ਮੇਨ ਏਰੀਆ ਹੁੰਦਾ ਆ, ਸਰੀ ਨੂੰ ਮੱਦੇਨਜ਼ਰ ਰੱਖ ਕੇ ਪ੍ਰੋਮਿਸਿਸ ਹੁੰਦੇ ਆ, ਉਹ ਆ ਰਹੇ ਨੇ। ਨਾਲ ਜਿਹੜੇ ਮੇਨ ਇਸ਼ੂ ਹੈਗੇ ਨੇ, ਹਾਊਸਿੰਗ ਹੈਗੀ ਆ, ਉਹਨੂੰ ਲੈ ਕੇ ਪ੍ਰੋਮਿਸਿਸ ਆ ਰਹੇ ਨੇ। ਪਰ ਬਹੁਤੇ ਲੋਕ ਜਿਹੜੇ ਉਹ ਨਜ਼ਰ ਅੰਦਾਜ਼ ਮੈਨੂੰ ਲੱਗਦਾ ਇਸ ਇਲੈਕਸ਼ਨ ਦੇ ਵਿੱਚ ਹੋ ਗਏ ਨੇ। ਸਨੈਪ ਇਲੈਕਸ਼ਨ ਹੋਈਆਂ ਹੈਗੀਆਂ ਨੇ, ਜਿੱਦਾਂ ਤੁਸੀਂ ਕਿਹਾ ਕਿ ਪੈਂਡੈਮਿਕ ਦੇ ਕਰਕੇ ਇਸ ਵਾਰ ਰੈਲੀਆਂ ਨਹੀਂ ਹੋਈਆਂ, ਡੋਰ ਨੌਕਿੰਗ ਬਹੁਤ ਘੱਟ ਹੋਈ ਹੈ। NDP ਦੇ ਵੱਲੋਂ ਤਾਂ ਬਿਲਕੁਲ ਵੀ ਨਹੀਂ ਕੀਤੀ ਗਈ ਜਿਹੜੀ ਡੋਰ ਨੌਕਿੰਗ ਹੈਗੀ ਹੈ, ਪਰ ਦੂਜੀਆਂ ਪਾਰਟੀਆਂ ਦੇ ਵੱਲੋਂ ਥੋੜ੍ਹੀ ਬਹੁਤ ਡੋਰ ਨੌਕਿੰਗ ਕੀਤੀ ਗਈ ਹੈ, ਸੋਸ਼ਲ ਡਿਸਟੈਂਸ ਰੱਖ ਕੇ, ਡਿਸਟੈਂਸ ਨੂੰ ਧਿਆਨ ਵਿੱਚ ਰੱਖ ਕੇ। ਪਰ ਹੁਣ ਇੱਥੇ ਜਿਹੜੇ ਮੇਲ ਇਨ ਬੈਲਟ ਹੈਗੇ ਆ, ਕਿੱਥੇ ਹਜ਼ਾਰਾਂ ਦੇ ਵਿੱਚ ਹੀ ਆਰਡਰ ਹੁੰਦੇ ਸੀ। ਬਹੁਤ ਲੋਕ ਜਿਹੜੇ ਹੈਗੇ ਆ ਪੋਲਿੰਗ ਸਟੇਸ਼ਨ ਤੇ ਜਾ ਕੇ ਵੋਟ ਪਾਉਣੀ ਪ੍ਰੈਫਰ ਕਰਦੇ ਸੀ। ਇਸ ਵਾਰ 8 ਲੱਖ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਮੇਲ ਇਨ ਬੈਲਟ ਆਰਡਰ ਕੀਤੇ ਸੀ, ਜਿਨ੍ਹਾਂ ਦੇ ਵਿੱਚੋਂ 4,78,900 ਅੱਜ ਸਵੇਰ ਜਿਵੇਂ ਫਰਾਈਡੇ ਮਾਰਨਿੰਗ ਨੂੰ ਵਾਪਸ ਆ ਗਏ ਸੀਗੇ। ਪਰ ਹੁਣ ਇੱਥੇ ਇੱਕ ਗੱਲ ਹੋਰ ਹੈ, ਜਿਨ੍ਹਾਂ ਨੇ ਮੇਲ ਇਨ ਬੈਲਟ ਮੰਗਾ ਤਾਂ ਲਏ ਆ ਪਰ ਪੋਸਟ ਨਹੀਂ ਕੀਤੇ। ਪਰ ਹੁਣ ਹੈਗਾ ਸਮਾਂ ਕਿ ਤੁਸੀਂ ਪੋਸਟ ਨਾ ਕਰੋ, ਪਰ ਜੇ ਤੁਸੀਂ ਪੋਸਟ ਕਰ ਦਿੱਤੇ ਹੈਗੇ, ਕਿਉਂਕਿ ਕੈਨੇਡਾ ਪੋਸਟ ਦੇ ਥਰੂ ਜਿਨ੍ਹਾਂ ਨੇ ਕੀਤੇ ਜਾਂ ਹੋਰ ਕਈ ਪੋਸਟ ਆਫਿਸ ਸਰਵਿਸਿਜ਼ ਹੈਗੀਆਂ ਉਹਨਾਂ ਦੇ ਹਜੇ ਤੱਕ ਪਹੁੰਚੇ ਨਹੀਂ ਹੈਗੇ। ਜੇ ਉਹ ਕੱਲ ਤੱਕ ਪਹੁੰਚਦੇ ਹੈਗੇ ਤਾਂ ਕਾਊਂਟ ਹੋਣਗੇ। ਇਹ ਨਹੀਂ ਹੈ ਕਿ ਜੇ ਉਹ ਪਹੁੰਚੇ ਨਹੀਂ ਤਾਂ ਅਸੀਂ ਕੱਲ ਨੂੰ ਫੇਰ ਵੋਟ ਪਾਈਏ, ਕੰਸਰਨਡ ਆ ਅਸੀਂ ਕਿ ਸਾਡੀ ਵੋਟ ਗਿਣੀ ਜਾਊਗੀ ਕਿ ਨਹੀਂ ਜਾਊਗੀ। ਇਹ ਬ੍ਰੇਕਿੰਗ ਆਫ ਲਾਅ ਹੋ ਜੂਗੀ। ਸੋ ਤੁਸੀਂ ਜੇ ਇੱਕ ਵਾਰ ਪੋਸਟ ਕਰ ਦਿੱਤੀ ਹੈ ਆਪਣੀ ਵੋਟ ਤਾਂ ਦੁਬਾਰਾ ਵੋਟ ਪਾਉਣ ਨਾ ਜਾਇਓ ਪੋਲਿੰਗ ਸਟੇਸ਼ਨ ਦੇ ਉੱਤੇ। ਤੇ ਉਸ ਦੇ ਨਾਲ ਜਿਵੇਂ ਤੁਸੀਂ ਕਿਹਾ ਕਿਉਂਕਿ ਆਪਣੇ ਜਿਹੜੇ ਵਿਊਅਰਸ ਹੈ ਉਹਨਾਂ ਨੂੰ ਇਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਦੇਣੀ ਹੈਗੀ ਹੈ ਕਿ ਜੇ ਉਹਨਾਂ ਕੋਲ ਹਲੇ ਪਏ ਆ ਤੇ ਜਿਹੜੇ ਡ੍ਰੌਪ ਇਨ ਬਾਕਸਿਸ ਹੈਗੇ ਆ
ਉਹ ਕੱਲ 8 ਵਜੇ ਤੱਕ ਡੈਡਲਾਈਨ ਹੈ ਜੀ ਬਿਲਕੁਲ। ਈਡੀਓ ਆਫਿਸ ਦੇ ਵਿੱਚ ਜਾ ਸਕਦੇ ਆ, ਜਿੱਥੇ ਪੋਲਿੰਗ ਸਟੇਸ਼ਨ ਉਹਨਾਂ ਦਾ ਨੀਅਰ ਬਾਏ ਉੱਥੇ ਹੈ। ਤੇ ਨਾਲ ਇੱਥੇ ਇਹ ਵੀ ਸੌਖਾ ਹੈ, ਕਿਸੇ ਵੀ ਪੋਲਿੰਗ ਸਟੇਸ਼ਨ ਤੇ ਜਾ ਕੇ, ਇਹ ਨਹੀਂ ਕਿ ਤੁਹਾਡੀ ਰਾਈਡਿੰਗ ਦੇ ਵਿੱਚ, ਤੁਸੀਂ ਕਿਸੇ ਵੀ ਪੋਲਿੰਗ ਸਟੇਸ਼ਨ ਤੇ ਜਾ ਕੇ ਤੁਸੀਂ ਵੋਟ ਵੀ ਕਾਸਟ ਕਰ ਸਕਦੇ ਆ। ਤੇ ਜੇ ਤੁਹਾਡਾ ਮੇਲ ਇਨ ਬੈਲਟ ਹੈਗਾ ਆ ਤਾਂ ਤੁਸੀਂ ਮੇਲ ਇਨ ਬੈਲਟ ਵੀ ਆਪਦਾ ਉੱਥੇ ਜਾ ਕੇ ਦੇ ਸਕਦੇ ਆ। ਬਾਕੀ ਤੁਸੀਂ ਗੱਲ ਕੀਤੀ ਹੈ ਡਿਸੇਬਿਲਿਟੀ ਬਾਰੇ ਜਾਂ ਐਕਸੈਸਿਬਿਲਿਟੀ ਬਾਰੇ, ਇਸ ਬਾਰੇ ਕਾਫੀ ਵਿਚਾਰ ਸਾਹਮਣੇ ਆਏ ਹੈ। ਕੋਈ ਕਲੀਅਰ ਮੈਂਡੇਟ ਨਹੀਂ, ਪਰ ਉਹ ਜਦੋਂ ਪਹਿਲਾਂ ਲਾਸਟ ਗਵਰਨਮੈਂਟ ਦੇ ਵਿੱਚ ਸਟੈਫਨੀ ਕਡੂ ਮਿਨਿਸਟਰ ਸੀਗੇ ਰਿਸਪੌਂਸੀਬਲ, ਐਂਡ ਸ਼ੀ ਇਜ਼ ਆਲਸੋ ਔਨ ਅ ਵੀਲ ਚੇਅਰ, ਸੋ ਉਹਨਾਂ ਨਾਲ ਕਾਫੀ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਐਕਸੈਸਿਬਿਲਿਟੀ ਦਾ ਜਿਹੜਾ ਇਸ਼ੂ ਹੈਗਾ ਉਹ ਫਰੰਟ ਐਂਡ ਸੈਂਟਰ ਹੈਗਾ ਆ, ਤੇ ਉਹਦੇ ਦੋਨੇ ਹੀ ਪੱਖਾਂ ਨੇ ਆਪਦੇ ਜਿਹੜੇ ਵਿਚਾਰ ਰੱਖੇ ਆ, ਕਿਉਂਕਿ ਦਿਸ ਇਜ਼ ਵੈਰੀ ਇੰਪੋਰਟੈਂਟ। ਜਿਵੇਂ ਕਈ ਚੀਜ਼ਾਂ ਜਿਹੜੀਆਂ ਹੈ ਨਾ, ਜਿਹੜੀ ਵਲਨਰੇਬਲ ਪਾਰਟ ਆਫ ਦਾ ਸੋਸਾਇਟੀ ਹੈ, ਸੀਨੀਅਰਸ, ਕੇਅਰ ਹੋਮਸ, people with disabilities, people special needs people, so ਇਹ ਜਿਹੜੇ part of society ਹੈ, ਇਸ ਤੇ ਪੂਰਾ ਜਿਹੜਾ ਧਿਆਨ ਦੇਣਾ ਤੇ ਪਾਰਟੀਆਂ ਨੂੰ ਅਟੈਂਸ਼ਨ ਪੇ ਕਰਨੀ ਬਹੁਤ ਜ਼ਰੂਰੀ। ਬਿਲਕੁਲ, ਬਹੁਤ ਸਾਰੇ ਮੁੱਦੇ ਸਾਹਮਣੇ ਆਏ ਹੈਗੇ, ਇਸ਼ੂਜ਼ ਬਹੁਤ ਸਾਰੇ ਸਾਹਮਣੇ ਆਏ ਹੈਗੇ ਆ। ਜੇ ਅਸੀਂ ਮੈਸੀ ਟਨਲ ਨੂੰ ਦੇਖ ਲਈਏ, ਅਸੀਂ ਪਟੋਲੋ ਬ੍ਰਿਜ ਨੂੰ ਦੇਖ ਲਈਏ, ਅਸੀਂ RCMP ਦਾ ਇਸ਼ੂ ਦੇਖ ਲਈਏ, ਉਹ ਵੀ ਇਸ ਇਲੈਕਸ਼ਨ ਦੇ ਵਿੱਚ ਡਿਸਕਸ ਹੋ ਰਿਹਾ ਹੈਗਾ। ਹਾਊਸਿੰਗ ਨੂੰ ਲੈ ਕੇ ਬਹੁਤ ਸਾਰੀ ਡਿਸਕਸ਼ਨ ਹੋ ਰਹੀ ਹੈ, ਚਾਈਲਡ ਕੇਅਰਸ ਨੂੰ ਲੈ ਕੇ ਬਹੁਤ ਡਿਸਕਸ਼ਨ ਹੋ ਰਹੀ ਹੈਗੀ ਆ। ਇੱਕ ਪਾਸੇ ਗ੍ਰੀਨ ਪਾਰਟੀ ਹੈ ਜਿਹੜੀ ਕਹਿ ਰਹੀ ਹੈ ਕਿ ਅਸੀਂ ਫਾਰਮ ਕਰਦੇ ਵੀ ਹਾਂ, ਪਰ ਉਹ ਤੁਹਾਨੂੰ ਪਤਾ ਹੈ ਕਿ ਗ੍ਰੀਨ ਪਾਰਟੀ ਦੇ ਚਾਂਸਸ ਕਦੇ ਵੀ ਨਹੀਂ ਹੁੰਦੇਗੇ, ਉਹ ਹਮੇਸ਼ਾ ਸਪੋਰਟ ਕਰਦੀ ਹੈਗੀ ਹੈ ਦੂਜੀ ਜਿਹੜੀ, ਜੇ ਮਿਨੋਰਿਟੀ 'ਚ ਕੋਈ ਗਵਰਨਮੈਂਟ ਆਉਂਦੀ ਹੈਗੀ ਹੈ ਤਾਂ ਉਹਨਾਂ ਦੀ ਡਿਸੀਜਨ ਹੁੰਦਾ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ। ਪਰ ਫਿਰ ਵੀ ਪ੍ਰੋਮਿਸਸ ਉਹਨਾਂ ਵੱਲੋਂ ਵੀ ਕੀਤੇ ਜਾ ਰਹੇ ਆ, ਲੀਡਰ ਨਵੇਂ ਆ ਉਹਨਾਂ ਦੇ ਵੱਲੋਂ ਪ੍ਰੋਮਿਸ ਕੀਤੇ ਗਏ ਕਿ ਚਾਈਲਡ ਕੇਅਰ ਅਸੀਂ ਫ੍ਰੀ ਕਰ ਦੇਵਾਂਗੇ, 4 ਦਿਨਾਂ ਦਾ ਵਰਕਿੰਗ ਵੀਕ ਜਿਹੜਾ ਰੱਖਾਂਗੇ। ਸੋ ਇਦਾਂ ਦੀਆਂ ਚੀਜ਼ਾਂ ਵੀ ਜਿਹੜੇ ਹੈਗੇ ਲੋਕਾਂ ਦੇ ਲਈ ਕੀਤੀਆਂ ਜਾ ਰਹੀਆਂ ਨੇ। ਪਰ ਇੱਕ ਪਾਸੇ ਜਦੋਂ ਅਸੀਂ ਹਾਊਸਿੰਗ ਦੀ ਗੱਲ ਕਰਦੇ ਹੈਗੇ ਆ, ਅਸੀਂ ਹੋਮਲੈਸਨੈਸ ਦੀ ਗੱਲ ਕਰਦੇ ਹਾਂ, ਓਵਰਡੋਜ਼ਿੰਗ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਲੈ ਕੇ ਮੈਨੂੰ ਲੱਗਦਾ ਜਿਹੜੀ ਵੀ ਕੋਈ ਸਰਕਾਰ ਆਉਂਦੀ ਹੈ, ਚਾਹੇ ਉਹ NDP ਆਵੇ ਚਾਹੇ ਉਹ ਲਿਬਰਲ ਆਉਣ, ਉਹਨਾਂ ਨੂੰ ਪੱਕੇ ਕਦਮ, ਠੋਸ ਕਦਮ ਚੁੱਕਣੇ ਚਾਹੀਦੇ ਨੇ ਤੇ ਚੱਕਣੇ ਪੈਣੇ ਨੇ, ਕਿਉਂਕਿ ਇਹ ਬਹੁਤ ਹੀ ਵਰਸਟ ਕੰਡੀਸ਼ਨ ਦੇ ਵਿੱਚ ਜਾ ਰਹੇ ਨੇ। ਨਾਲ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਸੈਕੰਡ ਵੇਵ ਨੂੰ ਹਿੱਟ ਕਰ ਲਿਆ ਲਾਸਟ ਟਾਈਮ, ਜੋ ਵੀਕਐਂਡ ਦੇ ਉੱਤੇ 400 ਤੋਂ ਉੱਤੇ 500 ਤੱਕ ਜਿਹੜੇ ਕੇਸ ਆਏ ਸੀ, ਤੇ ਅਸੀਂ ਕੱਲ ਹੀ ਦੇਖਿਆ ਕਿ 274 ਕੇਸ ਇੱਕ ਦਿਨ ਦੇ ਵਿੱਚ ਆਉਣਾ, ਸਕੂਲਾਂ ਦੇ ਵਿੱਚ ਕੇਸ ਆਉਣਾ, ਸਕੂਲਾਂ ਦੇ ਵਿੱਚ ਐਕਸਪੋਜ਼ਰ ਹੋਣਾ। ਤੇ ਸੋ ਅਸੀਂ ਹੁਣ ਦੇਖ ਸਕਦੇ ਹਾਂ ਕਿ ਜਿਹੜਾ ਸਾਡਾ ਵਿੰਟਰ ਆਉਣਾ ਹੈ ਨਾ, ਉਹ ਬਹੁਤ ਭਿਆਨਕ ਹੋ ਸਕਦਾ। ਇਹ ਤੁਹਾਡੀ ਗੱਲ ਸਹੀ ਹੈ, ਬਿਕੋਜ਼ ਡਾਕਟਰ ਬੋਨੀ ਹੈਨਰੀ ਆਲਰੇਡੀ ਉਹਨਾਂ ਨੇ ਇਹ ਅਨਾਊਂਸ ਕੀਤਾ ਹੈ ਕਿ ਜਿਹੜੇ 274 ਕੇਸਿਸ ਜਿਹੜੇ ਯੈਸਟਰਡੇ ਆਏ, ਤੇ ਅੱਜ ਮਾਰਨਿੰਗ ਉਹਨਾਂ ਦੀ ਇਹ ਅਨਾਊਂਸਮੈਂਟ ਸੀਗੀ। ਉਹ ਕਹਿੰਦੇ ਵੀ ਅਸੀਂ ਕੋਈ ਬਹੁਤ ਜ਼ਿਆਦਾ ਰੂਲਸ ਇੰਪੋਜ਼ ਨਹੀਂ ਕਰਨਾ ਚਾਹੁੰਦੇ, ਪਰ ਸਾਡੇ ਕੋਲ ਚੋਇਸ ਨਹੀਂ ਹੈਗੀ। ਸੋ ਇਸ ਕਰਕੇ ਜਿਹੜੀ ਵੈਡਿੰਗਸ ਹੈ, ਈਵਨ ਇਨ ਹਾਊਸ ਜਿਹੜੀ ਗੈਦਰਿੰਗਸ ਹੈ, ਉਹਨਾਂ ਨੂੰ ਇਹਨਾਂ ਨੂੰ ਰਿਸਟ੍ਰਿਕਟ ਕਰਨਾ। ਉਹਨਾਂ ਨੇ ਰਾਊਂਡ ਅਬਾਊਟ ਵੇ ਨਾਲ ਕਿਹਾ ਕਿ ਜੇ ਤੁਸੀਂ ਗੈਟ ਟੂਗੈਦਰ 6 ਜਣਿਆਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸੋ ਉਹਨੂੰ ਰੈਗੂਲੇਸ਼ਨ ਦੇ ਵਿੱਚ ਉਹ ਕਿਵੇਂ ਤਬਦੀਲ ਕਰਦੇ ਆ। ਪਰ ਆਪਾਂ ਇਲੈਕਸ਼ਨ ਦੀ ਗੱਲ ਕਰ ਰਹੇ ਹਾਂ, ਪਰ ਇਕੁਅਲੀ ਅਰਸ਼ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਹ ਬਹੁਤ ਖਿਆਲ ਰੱਖਣ ਦੀ ਲੋੜ ਹੈ। ਮੈਡੀਕਲ ਡਾਕਟਰਸ ਨਾਲ ਮੇਰੀ ਗੱਲਬਾਤ ਹੋਈ ਹੈ, ਇਟਸ ਅ ਰੀਅਲ ਥ੍ਰੈਟ, ਇਟਸ ਨਾਟ ਹੋਕਸ। ਸੋ ਇਸ ਕਰਕੇ ਆਪਾਂ ਜਿਹੜੇ ਸੋਸ਼ਲ ਡਿਸਟੈਂਸਿੰਗ, ਹੈਂਡ ਵਾਸ਼ਿੰਗ, ਆਪਣੀ ਜਿਹੜੀ ਹਾਈਜੀਨ ਹੈ, ਸਾਰਾ ਕੁਝ ਆਪਣੇ ਆਫਿਸਿਸ ਵਗੈਰਾ ਹਰ ਜਗ੍ਹਾ ਇਹ ਖਿਆਲ ਰੱਖਣ ਦੀ ਲੋੜ ਹੈ। ਬਿਕਾਜ਼ when we're dealing with the pandemic of this size worldwide, everybody have to pitch in to make sure everybody is safe. ਇਲੈਕਸ਼ਨ ਦੇ ਵਿੱਚ ਵੀ ਦੇਖਿਆ ਹੈਗਾ ਕਿ ਹੁਣ ਪੋਲਿੰਗ ਸਟੇਸ਼ਨ ਦੇ ਉੱਤੇ PPE ਕਿਟਸ ਪਾ ਕੇ ਜਿਹੜੇ ਉੱਥੇ ਆਫੀਸ਼ੀਅਲਸ ਹੋਣਗੇ, ਕਿਉਂਕਿ ਕੱਲ ਦਾ ਦਿਨ ਹੈਗਾ, ਬਹੁਤ ਸਾਰੇ ਲੋਕ ਮੇਰੇ ਤੁਹਾਡੇ ਵਰਗੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਚਲੋ ਕੋਈ ਨਹੀਂ, ਅਸੀਂ ਤਾਂ ਇਲੈਕਸ਼ਨ ਡੇ ਵਾਲੇ ਦਿਨ ਜਾ ਕੇ ਆਪਣੀ ਵੋਟ ਕਾਸਟ ਕਰਾਂਗੇ। ਇੱਕ ਸੈਟਰਡੇ ਆ, ਬਹੁਤ ਸਾਰੇ ਲੋਕ ਘਰ ਦੇ ਵਿੱਚ ਹੋਣਗੇ, ਕਹਿਣਗੇ ਛੁੱਟੀ ਹੈਗੀ ਹੈ, ਛੁੱਟੀ ਵਾਲਾ ਦਿਨ ਅਸੀਂ ਵੋਟ ਕਾਸਟ ਕਰੀਏ। ਤਾਂ ਉੱਥੇ ਵੀ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈਗੀ ਹੈ ਕਿ ਅਸੀਂ ਉੱਥੇ ਜਾ ਕੇ ਜਿਹੜਾ ਸੋਸ਼ਲ ਡਿਸਟੈਂਸ ਰੱਖਦੇ ਹੈਗੇ ਆ, ਉੱਥੇ ਚਾਹੇ ਉਹਨਾਂ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਆ, ਇਲੈਕਸ਼ਨ BC ਹੈਗਾ ਉਹਨਾਂ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ, ਪਰ ਫਿਰ ਵੀ ਸਾਨੂੰ ਵੀ ਲੋੜ ਹੈਗੀ ਹੈ ਇੱਦਾਂ ਕਰਨ ਦੀ। ਤੇ ਨਾਲ ਯੰਗ ਜਨਰੇਸ਼ਨ ਸੀ, ਜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਇਨਕਰੇਜ ਕਰਨ ਦੀ ਲੋੜ ਹੈਗੀ ਹੈ ਕਿ ਉਹ ਵੋਟ ਕਾਸਟ ਕਰਨ, ਕਿਉਂਕਿ ਬਹੁਤ ਸਾਰੇ ਯੰਗ ਬੱਚੇ ਹੈਗੇ ਆ ਜਿਹੜੇ 18 ਸਾਲ ਤੋਂ ਉੱਤੇ ਹੈਗੇ ਆ, ਪਰ ਉਹ ਆਪਣੀ ਵੋਟ ਪਾਉਣ ਨਹੀਂ ਚਾਹੁੰਦੇ। ਉਹ ਕਹਿੰਦੇ ਸਾਨੂੰ ਟਰਸਟ ਨਹੀਂ ਹੈ, ਟਰਸਟ ਇਸ਼ੂਜ਼ ਆ ਉਹਨਾਂ ਨੂੰ। Yeah, so that's a very good point. Always every election ਤੇ ਡਿਸਕਸ਼ਨ ਇਹ ਆਉਂਦਾ। ਜਿਹੜੇ ਯੂਥ ਹੈਗੇ ਆ ਉਹਨਾਂ ਦਾ ਇਨਵੋਲਵਮੈਂਟ ਪਾਰਟੀ ਪੋਲਿਟਿਕਸ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਵੋਟ ਕਾਸਟ ਕਰਨ ਦਾ ਜਿਹੜੇ ਨੰਬਰਸ ਹੈ ਬਹੁਤ ਲੋ ਹੈ। ਐਂਡ ਵੀ ਨੋ ਦ ਰੀਜ਼ਨਸ। ਦੇ ਆਰ ਯੰਗ, ਆਪਦੀ ਐਜੂਕੇਸ਼ਨ ਫਿਨਿਸ਼ ਕਰਨ ਲੱਗੇ ਹੈ, ਦੇ ਆਰ ਗੈਟਿੰਗ ਮੈਰਿਡ, ਸਟਾਰਟਿੰਗ ਏ ਫੈਮਿਲੀ ਲਾਈਕ ਯੂ। ਸੋ
ਇਹ ਜਿਹੜੀ ਉਮਰ ਹੈਗੀ ਆ ਉਹ ਆਪਦੇ ਆਪ ਨੂੰ ਐਸਟੈਬਲਿਸ਼ ਕਰਨ 'ਚ ਲੱਗੇ ਆ। ਪਰ ਹੌਲੀ ਹੌਲੀ ਮੈਂ ਦੇਖਿਆ ਆ ਕਿ ਜਿਹੜੇ ਕੈਂਡੀਡੇਟ ਹੈ ਗ੍ਰੀਨ ਪਾਰਟੀ ਦੇ ਕਾਫੀ ਯੰਗ ਪੀਪਲ ਆਏ ਆ, ਆਪਣੇ BC ਲਿਬਰਲ ਗ੍ਰੀਨ ਪਾਰਟੀ ਚੋਂ ਇੱਕ ਲੜਕੀ ਹੈ ਹਜੇ ਉਹਨੇ 18 ਦੀ ਹੋਣਾ ਆ, ਉਹ MLA ਦੇ ਲਈ ਰਨ ਕਰ ਰਹੀ ਹੈ। ਐਂਡ ਸੋ ਲਿਬਰਲਸ ਦੇ ਵਿੱਚ NDP ਦੇ ਵਿੱਚ ਦਿਲਰਾਜ ਅਟਵਾਲ ਇਜ਼ ਅ ਯੰਗ ਗਾਏ ਐਂਡ ਦੇਰ ਇਜ਼ ਅ ਲੋਟ ਆਫ ਯੰਗ ਦੀ ਡੈਫੀਨੇਸ਼ਨ ਵੀ ਅਰਸ਼ ਹੁਣ ਚੇਂਜ ਹੋਈ ਹੈ। ਪਹਿਲਾਂ ਯੰਗ ਆਪਾਂ ਕਹਿੰਦੇ ਸੀ 20-22 ਸਾਲ ਦੇ, ਹੁਣ 30-35 40 ਤੋਂ ਅੰਡਰ ਜਿਹੜੇ ਆ they qualify as a young people because limits are pushing, people are living longer. So ਇਸ ਕਰਕੇ ਇਹ ਤੁਸੀਂ ਬਹੁਤ ਸੋਹਣਾ ਤੁਹਾਡਾ ਪੁਆਇੰਟ ਹੈ ਕਿ ਜਿਹੜਾ ਯੂਥ ਹੈ ਉਹਦਾ ਇਨਵੋਲਵਮੈਂਟ ਬਹੁਤ ਜ਼ਰੂਰੀ ਹੈ। ਸਾਡੇ ਵਿਊਅਰਸ ਜੇ ਉਹ ਲਿਸਨ ਕਰ ਰਹੇ ਹੈ, ਜਿੰਨੇ ਵੀ ਯੰਗ ਪੀਪਲ ਹੈ, ਵੋਟ ਦਾ ਜਿਹੜਾ ਅਧਿਕਾਰ ਹੈ ਨਾ ਇਹ ਬੜੀ ਮੁਸ਼ਕਿਲ ਨਾਲ ਮਿਲਿਆ, ਬੜਾ ਹੀ ਇਹ ਜ਼ਰੂਰੀ ਕਦਮ ਹੈ ਕਿ ਆਪਾਂ ਵੋਟ ਪਾਉਂਦੇ ਹਾਂ, ਕਿਉਂਕਿ ਜੇ ਵੋਟ ਨਹੀਂ ਪਾਉਣ ਜਾਂਦੇ ਤੇ ਆਪਾਂ ਨੂੰ ਕੰਪਲੇਂਟ ਕਰਨ ਦਾ ਵੀ ਕੋਈ ਅਧਿਕਾਰ ਨਹੀਂ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਆ ਕਿ ਇਹ ਜਿਹੜਾ ਫੰਡਾਮੈਂਟਲ ਰਾਈਟ ਹੈ ਆਪਣਾ, ਆਪਾਂ ਵੋਟ ਪਾ ਕੇ ਆਪਾਂ ਸ਼ੇਪ ਅਪ ਕਰਦੇ ਹਾਂ ਕਿ ਕੌਣ ਸਰਕਾਰ ਬਣੂਗੀ, ਫਿਰ ਸਰਕਾਰ ਨੂੰ ਆਪਾਂ ਜਵਾਬਦੇਹ ਬਣਾਂਗੇ। ਬਿਲਕੁਲ, ਅਸੀਂ ਬਾਅਦ ਵਿੱਚ ਕਹਿੰਦੇ ਆ ਕਿ ਕਿਹੜੀ ਸਰਕਾਰ ਬਣ ਗਈ ਹੈ ਤਾਂ ਅਸੀਂ ਚਾਹੁੰਦੇ ਹੀ ਨਹੀਂ ਸੀਗੇ, ਤੇ ਪਹਿਲਾਂ ਅਸੀਂ ਵੋਟ ਕਿਸ ਨੂੰ ਪਾਈ ਹੈ, ਪਹਿਲਾਂ ਇਹ ਦੇਖਣਾ ਹੈਗਾ ਕਿਹੜੇ ਕੈਂਡੀਡੇਟ ਨੂੰ ਪਾਈ ਹੈ, ਕੀ ਉਹ ਕੈਂਡੀਡੇਟ ਨੇ ਕੰਮ ਕੀਤਾ ਹੈਗਾ, ਕੀ ਉਸ ਦੀ ਸਰਕਾਰ ਨੇ ਕੰਮ ਕੀਤਾ ਹੈ। ਬਹੁਤ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖ ਕੇ ਸਾਨੂੰ, ਕਿਉਂਕਿ ਹੁਣ ਟੈਕਨੋਲੋਜੀ ਹੈ ਸਾਡੇ ਹੱਥਾਂ ਦੇ ਵਿੱਚ, ਵਰਲਡ ਜਿਹੜਾ ਇੱਕ ਹੱਥ ਦੇ ਵਿੱਚ ਸਮਾ ਗਿਆ ਹੈਗਾ, ਅਸੀਂ 1 ਮਿੰਟ ਦੇ ਵਿੱਚ ਸਰਚ ਕਰ ਸਕਦੇ ਹਾਂ ਕਿ ਕਿਹੜੀ ਪਾਰਟੀ ਨੇ ਕੀ ਕੰਮ ਕੀਤਾ ਹੈ, ਕਿਹੜਾ ਨਹੀਂ ਕੀਤਾ। ਹਿਸਟਰੀ ਅਸੀਂ ਜ਼ਰੂਰੀ ਨਹੀਂ ਕਿ ਕੈਂਡੀਡੇਟ ਨੂੰ ਹੀ ਸੁਣਨਾ ਹੈਗਾ, ਅਸੀਂ ਉਹਨਾਂ ਦੀ ਹਿਸਟਰੀ ਆਨਲਾਈਨ ਕੱਢ ਕੇ ਦੇਖ ਸਕਦੇ ਹੈਗੇ ਆ। ਇਹ ਵੀ ਹੋ ਸਕਦਾ ਕਿਉਂਕਿ ਅੱਜ ਕੱਲ ਇਹ ਵੀ ਐਲੀਗੇਸ਼ਨ ਲੱਗ ਰਿਹਾ ਹੈ ਕਿ ਇੱਕ ਪਾਰਟੀ ਝੂਠ ਬੋਲ ਰਹੀ ਹੈਗੀ ਹੈ, ਦੂਜੀ ਝੂਠੇ ਵਾਅਦੇ ਕਰ ਰਹੀ ਹੈਗੀ ਹੈ। ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਪੰਜਾਬ ਵਾਲੀ ਪੋਲਿਟਿਕਸ ਆ ਗਈ ਹੈ ਇੱਥੇ, ਸਾਡੀ ਇੰਡੀਆ ਵਾਲੀ ਪੋਲਿਟਿਕਸ ਇੱਥੇ ਆ ਗਈ ਹੈ। ਪਰ ਇਹ ਇਤੋਂ ਜ਼ਿਆਦਾ ਜੇ ਅਸੀਂ ਦੂਜੇ ਏਰੀਆਜ਼ ਦੇ ਵਿੱਚ ਦੇਖੀਏ, ਸਿਰਫ ਸਰੀ ਦੀ ਨਾ ਗੱਲ ਕਰੀਏ ਤਾਂ ਅਸੀਂ ਪੂਰੇ BC ਦੇ ਵਿੱਚ ਦੇਖੀਏ, ਪੂਰੇ BC ਦੇ ਵਿੱਚ ਵੀ ਜਿਹੜੇ ਮੁੱਦੇ ਹੈਗੇ ਨੇ ਬਹੁਤ ਹੈਗੇ ਨੇ ਜਿਹੜੇ ਨਹੀਂ ਚੱਕੇ ਗਏ। ਇੰਡੀਜਨਸ ਦਾ ਮੁੱਦਾ ਨਹੀਂ ਚੱਕਿਆ ਗਿਆ ਹੈਗਾ ਆ। ਅਸੀਂ ਜੇ LNG ਦੀ ਗੱਲ ਕਰ ਲਈਏ, ਪਾਈਪਲਾਈਨ ਦੀ ਗੱਲ ਕਰ ਲਈਏ, ਡਿਬੇਟਸ ਦੇ ਵਿੱਚ ਵੀ ਬਹੁਤ ਘੱਟ ਇਸ ਬਾਰੇ ਗੱਲ ਹੋਈ ਹੈ। ਸਿਰਫ ਗੱਲ ਹੋਈ ਹੈ ਸਿਰਫ ਥੋੜੇ ਜਿਹੇ ਇਸ਼ੂਜ਼ ਨੂੰ ਲੈ ਕੇ, ਜਿਹੜੀ ਮੈਨੂੰ ਲੱਗਦਾ ਇਹ ਇਲੈਕਸ਼ਨ ਜਿਹੜੀ ਕੀਤੀ ਜਾ ਰਹੀ ਹੈ। ਇਹ ਅਰਸ਼ ਤੁਸੀਂ ਬਹੁਤ ਵਧੀਆ ਪੁਆਇੰਟ ਹੈ, ਐਂਡ ਇਹਦਾ ਤੁਸੀਂ ਸੋਚੋ ਕਿ ਰੀਜ਼ਨ ਕੀ ਹੈ। ਸੋ ਇਹ ਜਿਹੜਾ ਸਨੈਪ ਇਲੈਕਸ਼ਨ ਹੋਇਆ ਆ, ਇਸ ਕਰਕੇ ਜਿਹੜੇ ਆ ਪਹਿਲਾਂ ਪਾਰਟੀਆਂ ਨੂੰ ਜਦੋਂ ਫਿਕਸ ਡੇਟ ਹੁੰਦੀ ਹੈ, ਜਿਵੇਂ ਕਿ ਨੈਕਸਟ ਈਅਰ ਇਲੈਕਸ਼ਨ ਹੁੰਦਾ ਸੀ, ਪਾਰਟੀਆਂ ਪ੍ਰੀਪੇਅਰਡ ਹੁੰਦੀ ਹੈ, ਪਾਰਟੀਆਂ ਦੇ ਪਲੇਟਫਾਰਮ ਰੈਡੀ ਹੁੰਦੇ ਆ, ਪਾਰਟੀਆਂ ਦੇ ਕੈਂਡੀਡੇਟਸ ਰੈਡੀ ਹੁੰਦੇ ਆ। ਸੋ ਇਹ ਜਿਹੜਾ ਪੈਨਾਡੈਮਿਕ ਦੇ ਵਿੱਚ ਐਜ਼ ਏ ਅਪਰਚੂਨਿਸਟ ਹੋ ਕੇ ਇਹਨਾਂ ਨੇ ਸਨੈਪ ਇਲੈਕਸ਼ਨ ਕੀਤਾ ਆ ਪੈਨਾਡੈਮਿਕ ਦੇ ਵਿੱਚ, ਜਦੋਂ ਐਮਰਜੈਂਸੀ ਲੱਗੀ ਸੀ। ਸੋ ਉਸ ਕਰਕੇ ਐਵਰੀਬਡੀ ਗੈਟ ਆਫ ਗਾਰਡ ਐਂਡ ਉਹਦੇ ਵਿੱਚ ਕਿਸੇ ਨੂੰ ਇਹ ਮੌਕਾ ਹੀ ਨਹੀਂ ਮਿਲਿਆ ਕਿ ਪਹਿਲਾਂ ਪਲੇਟਫਾਰਮ ਜਿਹੜਾ ਸੀਗਾ ਉਹ ਪਬਲਿਕ ਤੱਕ ਭੇਜਿਆ ਜਾਵੇ। ਸੋ ਇਹ ਛੋਟੀ ਵਿੰਡੋ ਕਰਕੇ ਜਿਹੜੇ ਤੁਸੀਂ ਕਹੇ ਹੈ ਕਈ ਇਸ਼ੂਜ਼ ਜਿਹੜੇ ਆ ਐਂਡ ਵੈਰੀ ਵੈਰੀ ਇੰਪੋਰਟੈਂਟ ਇਸ਼ੂ ਹੈ, LNG ਹੈਗਾ, ਪਾਈਪਲਾਈਨ ਹੈਗੀ ਹੈ, ਡੈਮ ਹੈਗਾ ਆ, ਐਨਰਜੀ ਸੈਕਟਰ ਹੈਗਾ ਆ, ਫੋਰੈਸਟਰੀ ਹੈਗਾ ਆ, ਬਹੁਤ ਸਾਰੇ ਇਸ਼ੂ ਨੇ ਜਿਹੜੇ ਇਹ ਰੇਜ਼ ਕਰਨੇ ਚਾਹੀਦੇ ਸੀ ਇਹਨਾਂ ਨੂੰ, ਉਹਨਾਂ ਤੇ ਗੱਲ ਹੀ ਨਹੀਂ ਹੋ ਰਹੀ। ਸਿਰਫ ਬਟ ਉਹ ਮੁੱਦਿਆਂ ਨੂੰ ਵੇਖ ਕੇ ਗੱਲ ਹੋ ਰਹੀ ਹੈ ਜਿਹੜੇ ਬਸ ਜਿਹੜੇ ਟਿਪਸ ਦੇ ਉੱਤੇ ਹੈਗੇ, ਜਿਹੜੇ ਸਾਨੂੰ ਦੇਖ ਰਹੇ ਹੈਗੇ। ਬੇਸਿਕਲੀ ਜੇ ਆਪਾਂ ਸਰੀ ਦੀ ਗੱਲ ਕਰੀਏ, ਹੁਣ 3-4 ਮੁੱਦੇ ਇੱਥੋਂ ਦੇ ਕਲੋਜ਼ ਟੂ ਹਾਰਟ ਹੈਗੇ। ਹਸਪੀਟਲ ਦਾ ਮੁੱਦਾ ਹੈ, ਸੇਫਟੀ ਜਿਹੜੀ ਹੁਣ ਹਸਪੀਟਲ ਦਾ ਸਰੀ ਦਾ ਮੁੱਦਾ ਸਾਰਿਆਂ ਨੂੰ ਪਤਾ ਕਿ ਇੱਥੇ ਸੈਕੰਡ ਹਸਪੀਟਲ ਦੀ ਲੋੜ ਹੈ। ਇਹਨਾਂ ਨੇ ਲਾਸਟ ਇਲੈਕਸ਼ਨਸ NDP ਨੇ ਡਿਕਲੇਅਰ ਕੀਤਾ ਐਂਡ ਦੈਟਸ ਅਕਾਊਂਟੇਬਿਲਿਟੀ। ਇਟ ਡਜ਼ਨਟ ਮੈਟਰ ਹੂ ਫਾਰਮਸ ਦਾ ਗਵਰਨਮੈਂਟ, ਦਾ ਅਕਾਊਂਟੇਬਿਲਿਟੀ ਵਿਲ ਬੀ। ਹਲੇ ਆਪਣੇ ਗਵਰਨਮੈਂਟ ਦੇ ਨਾਂ ਤੇ ਲੈਂਡ ਵੀ ਨਹੀਂ। ਅਸੀਂ ਜੇ ਤੁਹਾਨੂੰ ਇਹ ਗੱਲ ਜਾਣ ਕੇ ਹਾਸਾ ਵੀ ਆਊਗਾ, ਕੱਲ ਅਸੀਂ ਜਦੋਂ ਆਮ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੱਲ ਲੋਕਾਂ ਦੇ ਮੁੱਦੇ ਅਸਲ 'ਚ ਕੀ ਹੈਗੇ, ਤਾਂ ਸਰਕਾਰਾਂ ਪ੍ਰੋਮਿਸ ਕਰ ਰਹੀਆਂ ਨੇ, ਲੋਕ ਕੀ ਚਾਹੁੰਦੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਕਹਿੰਦੇ ਕਿ ਜਦੋਂ NDP ਨੇ ਪ੍ਰੋਮਿਸ ਕੀਤਾ ਕਿ ਇੱਕ ਹਸਪੀਟਲ ਬਣੂਗਾ, ਉਹਦਾ ਕਹਿੰਦੇ ਪਲਾਨ ਵੀ ਰੈਡੀ ਹੈਗਾ, ਸਾਡੇ ਕੋਲ ਪੈਸੇ ਵੀ ਹੈਗੇ ਆ, ਦਿੱਤੇ ਗਏ, ਸਭ ਕੁਝ ਦਿੱਤਾ ਗਿਆ ਜੇ ਉਹਨਾਂ ਦੀ ਮੰਨੀ ਹੈ ਤਾਂ। ਹੁਣ ਇੱਕ ਹਸਪੀਟਲ ਉਹਨਾਂ ਨੇ ਪ੍ਰੋਮਿਸ ਕੀਤਾ, ਇੱਕ ਪ੍ਰੋਮਿਸ ਹੁਣ ਹਸਪੀਟਲ ਕੀਤਾ ਹੈਗਾ ਲਿਬਰਲ ਸਰਕਾਰ ਨੇ। ਉਹ ਕਹਿੰਦੇ ਸਾਨੂੰ ਤਾਂ ਵਧੀਆ, ਸਾਨੂੰ 2 ਹਸਪੀਟਲ ਮਿਲ ਜਾਣਗੇ। ਵਲ ਨਾਟ ਦੋ, ਮਤਲਬ ਪਰ ਜੇ ਅਸੀਂ ਉਹਨਾਂ ਦੀ ਗੱਲ ਸੁਣੀਏ, ਜੇ ਅਸੀਂ ਪ੍ਰੋਮਿਸਿਸ ਸੁਣੀਏ, ਅਸੀਂ ਪਾਰਟੀ ਨੂੰ ਸੁਣੀਏ, ਕਿਉਂਕਿ ਇੱਕ ਤਾਂ ਆਲਰੇਡੀ ਬਣ ਰਿਹਾ। ਜੇ ਹੁਣ ਲਿਬਰਲ ਸਰਕਾਰ ਆਉਂਦੀ ਹੈ, ਲਿਬਰਲ ਸਰਕਾਰ ਬਣਦੀ ਹੈਗੀ ਹੈ, ਪਾਰਟੀ ਬਣਦੀ ਹੈ, ਜੇ ਉਹ ਵੀ ਇੱਕ ਹਸਪੀਟਲ ਬਣਾਉਗੀ ਤਾਂ 2 ਬਣ ਜਾਣਗੇ। ਹਾਸੇ ਵਾਲੀ ਗੱਲ ਇਹ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਹੁਣ ਕਿਹੜੀ ਪਾਰਟੀ ਵੱਲ ਜਾਈਏ। ਅਸੀਂ ਇੰਨੇ ਕਨਫਿਊਜ਼ ਹੋ ਗਏ ਆ। ਪਰ ਇੱਥੇ ਕਲੀਅਰ ਕਰਨਾ ਬੰਦ ਹੈ, ਹਸਪੀਟਲ ਇੱਕ ਹੀ ਬਣੂਗਾ ਜਿਹੜੀ ਮਰਜ਼ੀ ਪਾਰਟੀ ਆਵੇ। ਲੈਟ ਮੀ ਕਲੀਅਰ ਦੈਟ, ਯੂ ਆਰ ਰਾਈਟ। ਫਸਟ ਆਫ ਆਲ ਹਸਪੀਟਲ ਬਣ ਨਹੀਂ ਰਿਹਾ। ਹਸਪੀਟਲ ਹਾਲੇ ਗਵਰਨਮੈਂਟ ਦੇ ਨਾਂ ਤੇ ਲੈਂਡ ਵੀ ਨਹੀਂ ਹੈਗੀ, ਉਹ KPU ਦੇ ਨਾਂ ਤੇ ਲੈਂਡ ਹੈਗੀ ਆ, ਉਹ ਲੈਂਡ ਟ੍ਰਾਂਸਫਰ ਹੋਣੀ ਹੈ।
ਉਸ ਤੋਂ ਬਾਅਦ ਉਸ ਤੇ ਕੰਮ ਸ਼ੁਰੂ ਹੋਣਾ, ਕੰਮ ਹੀ ਨਹੀਂ ਸ਼ੁਰੂ ਹੋਇਆ। ਬਿਲਕੁਲ, ਪਰ ਜੇ ਅਸੀਂ ਸਿਰਫ ਵਾਅਦਿਆਂ ਦੀ ਗੱਲ ਕਰੀਏ, ਹੁਣ ਰਿਐਲਿਟੀ ਕੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਜੇ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਹੈ ਕਿ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਈਆਂ ਸੀਗੀਆਂ 2017 ਦੇ ਵਿੱਚ, ਇੱਕ ਰਾਈਡਿੰਗ ਤੋਂ 6 ਲੋਕ ਸਾਹਮਣੇ ਆਏ ਸੀ, ਇੰਡੀਪੈਂਡੈਂਟ, ਕੋਈ ਕਿਹੜੀ ਪਾਰਟੀ, ਯੂਅਰ ਲਿਬਰਲ ਪਾਰਟੀ, ਯੂਅਰ ਪਾਰਟੀ, ਇੱਕ ਹੋਰ ਪਾਰਟੀ, ਨਵੀਆਂ ਪਾਰਟੀਆਂ, ਕਮਿਊਨਿਸਟ ਪਾਰਟੀ ਵੀ ਹੈਗੀ ਇੱਥੇ, ਬਿਲਕੁਲ ਬਹੁਤ ਪਾਰਟੀਆਂ ਤੋਂ ਜਿਹੜੇ 6 7 ਇੱਕੋ ਰਾਈਡਿੰਗ ਤੋਂ। ਹੁਣ ਕਈ ਰਾਈਡਿੰਗ ਤਾਂ ਇਹੋ ਜਿਹੀਆਂ, ਗ੍ਰੀਨ ਪਾਰਟੀ ਦਾ ਵੀ ਕੋਈ ਵੀ ਕੈਂਡੀਡੇਟ ਨਹੀਂ ਹੈਗਾ, ਸਿਰਫ 2 ਕੈਂਡੀਡੇਟ ਨੇ, ਸਿਰਫ 2 ਕੈਂਡੀਡੇਟ ਦੀ ਆਪਸ ਦੇ ਵਿੱਚ ਆਮੋ ਸਾਹਮਣੇ ਬਹਿਸ ਹੋ ਰਹੀ ਹੈ, ਆਮੋ ਸਾਹਮਣੇ ਉਹਨਾਂ ਦੀ ਟੱਕਰ ਹੋ ਰਹੀ ਹੈ, ਪਰ ਹੋਰ ਕੋਈ ਕੈਂਡੀਡੇਟ ਹੀ ਨਹੀਂ ਸਾਹਮਣੇ ਆ ਰਿਹਾ। ਇਹ ਅਗੇਨ ਇਟਸ ਬਿਕਾਜ਼ ਆਫ ਦ ਸਨੈਪ ਇਲੈਕਸ਼ਨ। ਲੋਕਾਂ ਕੋਲੇ ਟਾਈਮ ਹੀ ਨਹੀਂ ਸੀਗਾ ਕਿ ਉਹ ਆਰਗੇਨਾਈਜ਼ ਹੋ ਕੇ, ਤੇ ਮਤਲਬ 20-25 ਦਿਨਾਂ ਦੇ ਵਿੱਚ ਯੂ ਕਾਲ ਇਲੈਕਸ਼ਨ ਐਂਡ ਯੂ ਰੈਡੀ ਟੂ ਗੋ ਐਂਡ ਗਰਾਊਂਡ ਰਨਿੰਗ, ਆਪਣੇ ਸਾਈਨ ਬਣਾਉਣੇ, ਆਪਦੇ ਬਰੋਸ਼ਰਸ ਬਣਾਉਣੇ, ਆਫਿਸ ਸਪੇਸ ਲੈਣਾ, ਟੀਮ ਕ੍ਰੀਏਟ ਕਰਨੀ, ਇਲੈਕਸ਼ਨਸ ਜਿਹੜਾ ਹੈਗਾ ਆ ਉਹਦੀ ਰੈਡੀਨੈਸ ਕਰਨੀ। ਇਟਸ ਜਸਟ ਕਾਟ ਐਵਰੀਬਡੀ ਆਫ ਗਾਰਡ। ਪਰ ਇਸ ਵਾਰ ਇਲੈਕਸ਼ਨ ਦੇਖਣੀਆਂ ਬਹੁਤ ਵਧੀਆ ਹੋਣਗੀਆਂ ਕਿ ਕਿਹੜੀ ਪਾਰਟੀ ਅੱਗੇ ਆਉਂਦੀ ਹੈ, ਕਿਉਂਕਿ ਕਈ ਰਾਈਡਿੰਗਸ ਦੇ ਵਿੱਚ ਤਾਂ ਇੱਕ ਇਹੋ ਜਿਹੀ ਟੱਕਰ ਹੈ, ਨੈਕ ਟੂ ਨੈਕ ਜਿਹੜਾ ਮੁਕਾਬਲਾ ਹੋਇਆ ਆ, ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਕੀ ਹੋਣ ਵਾਲਾ ਹੈ ਆਉਣ ਵਾਲੇ ਟਾਈਮ ਦੇ ਵਿੱਚ। ਕੋਈ ਪਤਾ ਨਹੀਂਗਾ ਕਿ ਵੋਟਰਸ ਕਿਹੜੀ ਸਾਈਡ ਹੋ ਜਾਣ। ਇਹ ਯੂ ਆਰ 100% ਰਾਈਟ, ਬਿਕਾਜ਼ ਇਟਸ ਐਨੀਬਡੀਜ਼ ਗੈਸ। ਇਹ ਆਪਾਂ ਨੂੰ ਕੱਲ ਰਾਤ ਨੂੰ ਹੋਪਫੁਲੀ ਪਤਾ ਲੱਗ ਜਾਊਗਾ, ਪਰ there is a lot of ridings, very tight races. ਪੋਲਸ ਵੀ ਆ ਰਹੇ ਨੇ, ਪਰ ਪੋਲਸ ਦਾ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ। ਯੂ ਨੈਵਰ ਨੋ ਕਿ ਐਟ ਐਂਡ ਤੇ ਕੀ ਹੋਣਾ ਹੈ। ਜਿਹੜੇ ਪੋਲਸ ਆ ਰਹੇ ਆ ਉਸ ਹਿਸਾਬ ਨਾਲ ਕੋਈ ਆਪਾਂ ਪ੍ਰੈਡਿਕਸ਼ਨਸ ਨਹੀਂ ਕਰ ਸਕਦੇ, ਕਿਉਂਕਿ 2013 ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਜਿਹੜੇ ਪੋਲ ਸੀਗੇ, ਐਨਡੀਪੀ ਮੈਜੋਰਟੀ ਗਵਰਨਮੈਂਟ 20% ਉਹ ਹੈਡ ਸੀਗੇ, ਐਂਡ ਦੈਨ ਕ੍ਰਿਸਟੀ ਕਾਰ ਕੇਮ ਫਰਮ ਬਿਹਾਈਂਡ ਐਂਡ ਫਾਰਮ ਦ ਗਵਰਨਮੈਂਟ। ਸੋ ਇਸ ਕਰਕੇ ਜਿਹੜੇ ਪੋਲਸ ਹੈਗੇ ਆ। ਬਾਕੀ ਤੁਹਾਡਾ ਜਿਹੜਾ ਪੁਆਇੰਟ ਸੀਗਾ, ਸੋਨੀਆ ਫਰਸਟਨੋ ਜਿਹੜੇ ਕਿ ਗ੍ਰੀਨ ਪਾਰਟੀ ਦੇ ਲੀਡਰ ਹੈ, ਉਹ ਕਾਫੀ ਇੱਕ ਪਾਵਰ ਉੱਭਰ ਕੇ ਆਏ ਹੈ। ਹਾਲਾਂਕਿ ਦੇ ਵਿਲ ਨਾਟ ਗੋਇੰਗ ਟੂ ਫਾਰਮ ਅ ਗਵਰਨਮੈਂਟ, ਪਰ ਉਹਨਾਂ ਦਾ ਜਿਹੜਾ ਮੰਤਰਾ ਹੈ is minority government ਹੋਵੇ, so then they have a power, balancing power, ਹੈ ਨਾ। so ਉਹ ਕਿੱਧਰ ਜਾਂਦੇ ਆ, that's I ask her that question, ਉਹ ਕਹਿੰਦੀ we'll see, because ਉਹਨਾਂ ਨੇ ਇਹ ਦੇਖਣਾ ਵੀ ਸਾਡੀ policies ਦਾ ਮੈਚਿੰਗ ਕੀ ਹੁੰਦੇ ਆ। but they were really heartbroken in a way that NDP made a promise with Sonia Furstenau and Green Party to have a election in a due date next year, and then he broke that promise and called it snap election. So Sonia this morning again, she said that, and that in a pandemic, she didn't want an election, but according to the polls, she's doing very well. ਬਿਲਕੁਲ, ਕਿਉਂਕਿ 2 ਹਫ਼ਤੇ ਪਹਿਲਾਂ ਉਹਨਾਂ ਦਾ ਸਿਰਫ ਲੀਡਰ ਚੁਣਿਆ ਜਾਣਾ ਤੇ ਉਸ ਤੋਂ ਬਾਅਦ ਇਲੈਕਸ਼ਨ ਕਾਲ ਹੋ ਜਾਣੇ ਉਹਨਾਂ ਦੇ ਲਈ ਬਹੁਤ ਔਖਾ ਸੀਗਾ। ਇੱਕ ਨਵਾਂ ਚਿਹਰਾ, ਨਵਾਂ ਲੀਡਰ, ਬਹੁਤਿਆਂ ਨੂੰ ਪਤਾ ਵੀ ਨਹੀਂ ਕਿ ਗ੍ਰੀਨ ਦੇ ਲੀਡਰ ਹੈ ਕੌਣ, ਕਿਉਂਕਿ ਐਂਡਰੂ ਵੀਵਰ ਨੇ ਅਸਤੀਫਾ ਦਿੱਤਾ, ਉਸ ਤੋਂ ਬਾਅਦ ਇੰਨਾ ਟਾਈਮ ਲੱਗ ਗਿਆ ਉਹਨਾਂ ਨੂੰ, ਪੈਂਡੈਮਿਕ ਚੱਲ ਪਿਆ, ਫਿਰ ਉਸ ਤੋਂ ਬਾਅਦ ਇਸ ਦੇ ਦੌਰਾਨ ਜਿਹੜੀ ਲੀਡਰਸ਼ਿਪ ਦੀ ਜਿਹੜੀ ਚੋਣ ਕਰਨੀ ਸੀਗੀ ਉਹ ਹੁਣ ਇੰਨੀ ਡਿਲੇ ਹੋ ਗਈ ਕਿ ਉਸ ਤੋਂ ਬਾਅਦ ਸਨੈਪ ਇਲੈਕਸ਼ਨ ਆ ਗਏ। ਪਰ ਫਿਰ ਵੀ ਬਹੁਤ ਸਾਰੀ ਉਹਨਾਂ ਦੀ, ਜੇ ਅਸੀਂ ਸਲੇਟ ਦੀ ਗੱਲ ਕਰੀਏ, ਡਾਇਵਰਸ ਸਲੇਟ ਹੈਗੀ ਆ ਉਹਨਾਂ ਦੀ, ਬਹੁਤ ਉਹਨਾਂ ਨੇ ਐਡੂਕੇਟਿਡ ਲੋਕ ਹੈਗੇ ਆ, ਕੈਂਡੀਡੇਟ ਹੈਗੇ ਆ ਜਿਹੜੇ ਉਹਨਾਂ ਨੇ ਆਪਣੀ ਸਲੇਟ ਦੇ ਵਿੱਚ ਸ਼ਾਮਿਲ ਕੀਤੇ ਹੈਗੇ। ਹੁਣ ਇਹ ਦੇਖਣਾ ਬਣਦਾ ਹੈ ਕਿ ਗ੍ਰੀਨ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ। That will be very interesting, will be good to see. I can predict hypothetically right now it will be between 2 to 3 seats, and if they gain another extra seat, that will be a really big deal for Green Party to do that. And the reason being, Sonia Furstenau ਨੇ ਆਪਣੇ ਡਿਬੇਟ ਦੇ ਵਿੱਚ she did very well, and her agenda is a very average people's agenda. ਜਿਵੇਂ ਤੁਸੀਂ ਕਿਹਾ early childhood benefits, ਉਹਨਾਂ ਦੀ ਟੇਕ ਕੇਅਰ ਕਰਨੀ, ਉਸ ਤੋਂ ਇਲਾਵਾ 4 day, ਜਿਵੇਂ ਤੁਸੀਂ ਕਿਹਾ 4 day a week, and when I interviewed her, ਉਹਨਾਂ ਦਾ ਇਹੀ ਕਹਿਣਾ ਸੀ ਵੀ ਆਮ ਬੰਦੇ ਦੀ ਜਿਹੜੀ ਕੁਆਲਿਟੀ ਆਫ ਲਾਈਫ ਹੈ, and she talked quite a bit happiness, ਕਿਉਂਕਿ ਕਈ ਕੰਟਰੀਆਂ ਦੇ ਵਿੱਚ ਹੈਪੀਨੈਸ ਇੰਡੈਕਸ ਹੈਗੇ, ਨੇਪਾਲ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਟਰੀਆਂ, ਉਹ ਹੈਪੀਨੈਸ ਇੰਡੈਕਸ ਦੇਖ ਕੇ ਅਬਜ਼ਰਵ ਕਰਦੇ, ਨਾਟ ਅ ਡੋਮੈਸਟਿਕ ਪ੍ਰੋਡਕਟ ਆਫ ਦ ਕੰਟਰੀ, ਐਂਡ ਗ੍ਰੋਸ, ਜਿਹਨੂੰ ਆਪਾਂ GDP ਕਹਿੰਦੇ, ਗ੍ਰੋਸ ਡੋਮੈਸਟਿਕ ਪ੍ਰੋਡਕਟ ਦੀ ਬਜਾਏ ਜਿਹੜਾ ਹੈਪੀਨੈਸ ਇੰਡੈਕਸ ਹੈ, ਇਟਸ ਇਕੁਅਲੀ ਇੰਪੋਰਟੈਂਟ
ਕਿ ਉਸ ਕੰਟਰੀ ਦੇ ਉਸ ਪ੍ਰੋਵਿੰਸ ਦੇ ਵਸਿੰਦੇ ਜਿਹੜੇ ਕਿੰਨੇ ਖੁਸ਼ ਹੈ। ਖੁਸ਼ ਹੈਗੇ ਆ, ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ। ਜੇ ਲੋਕ ਖੁਸ਼ ਹੋਣਗੇ, ਲੋਕਾਂ ਨੂੰ ਪਤਾ ਹੈ ਕਿ ਅਸੀਂ ਇੰਨਾ ਕੰਮ ਕਰਨਾ, ਇੰਨੀ ਸਾਡੀ ਛੁੱਟੀ ਹੈਗੀ ਹੈ। ਕਿਉਂਕਿ ਹੁਣ ਇੱਥੇ ਤਾਂ ਇਹ ਵੀ ਹੋਇਆ ਕਿ ਅਸੀਂ ਜੇ 7 ਦਿਨ ਕੰਮ ਕਰ ਰਹੇ ਹਾਂ, ਸਾਡਾ ਤਾਂ ਵੀ ਲਿਵਿੰਗ ਜਿਹੜੀ ਸਾਡੀ, ਜੇ ਅਸੀਂ ਮਿਨੀਮਮ ਵੇਜ ਦੇਖ ਲਈਏ, ਸਾਡੀ ਲਿਵਿੰਗ ਕਾਸਟ ਮਿਨੀਮਮ ਵੇਜ ਤੋਂ ਕਿਤੇ ਜ਼ਿਆਦਾ ਹੈਗੀ ਹੈ। ਅਸੀਂ ਰੈਂਟ ਅਫੋਰਡ ਨਹੀਂ ਕਰ ਰਹੇ ਹੈਗੇ, ਅਸੀਂ ਘਰ ਅਫੋਰਡ ਨਹੀਂ ਕਰ ਰਹੇ ਹੈਗੇ। ਅਫੋਰਡੇਬਿਲਿਟੀ ਦਾ ਬਹੁਤ ਵੱਡਾ ਇਸ਼ੂ ਹੈਗਾ ਆ। ਬਹੁਤ ਲੋਕ ਮੂਵ ਹੋ ਕੇ ਹੋਰ ਪ੍ਰੋਵਿੰਸਿਸ ਵੱਲ ਜਾ ਰਹੇ ਹੈਗੇ ਆ, ਪਰ ਜਿੰਨਾ ਸਾਡਾ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਹੈਗਾ ਆ, ਫਿਰ ਰਹਿਣਾ ਸਾਡਾ ਇੱਥੇ ਹੀ ਜੀ ਕਰਦਾ ਹੈ ਕਿ ਅਸੀਂ ਇੱਥੇ ਹੀ ਰਹੀਏ। ਪਰ ਹੁਣ ਬ੍ਰਿਟਿਸ਼ ਕੋਲੰਬੀਆ ਨੂੰ ਹੋਰ ਬਿਊਟੀਫੁਲ ਲੀਡਰਸ ਬਣਾ ਸਕਦੇ ਆ, ਲੀਡਰਸ ਦੀਆਂ ਪਾਰਟੀਆਂ ਬਣਾ ਸਕਦੀਆਂ, ਉਹਨਾਂ ਦੀਆਂ ਪਲੇਟਫਾਰਮ ਬਣਾ ਸਕਦੇ ਆ। ਹੁਣ ਕਿਹਦਾ ਪਲੇਟਫਾਰਮ ਵਧੀਆ ਰਹੂਗਾ ਇਸ ਸਾਲ ਦੇ ਵਿੱਚ, ਹੁਣ 4 ਸਾਲ ਕਿਹੜੀ ਪਾਰਟੀ ਰਾਜ ਕਰੂਗੀ, ਇਹ ਹੁਣ ਕੱਲ ਨੂੰ ਅੱਧਾ ਦਾ ਡਿਸਾਈਡ ਹੋ ਜਾਣਾ ਹੈ। ਪਰ ਜੇ ਕੱਲ ਨੂੰ ਗੈਪ ਬਹੁਤ ਜ਼ਿਆਦਾ ਰਹਿੰਦਾ ਆ ਤਾਂ ਫਿਰ ਸਾਨੂੰ ਜਿਹੜਾ ਨਵੰਬਰ ਦੇ ਵਿੱਚ ਪਤਾ ਲੱਗੂਗਾ ਕਿ ਕਿਹੜੀ ਪਾਰਟੀ ਫਾਰਮ ਕਰਦੀ ਹੈ। ਯੈਸ ਐਂਡ ਯੂਰ 100% ਰਾਈਟ ਵੀ ਜਿਹੜੀ ਆਪਣੇ ਬ੍ਰਿਟਿਸ਼ ਕੋਲੰਬੀਆ ਖਾਸ ਕਰਕੇ ਲੋਅਰ ਮੇਨਲੈਂਡ ਦਾ ਕਾਸਟ ਆਫ ਲਿਵਿੰਗ ਇਜ਼ ਵੈਰੀ ਹਾਈ। ਅਫੋਰਡੇਬਿਲਿਟੀ ਇਜ਼ ਅ ਬਿਗ ਇਸ਼ੂ। The housing is the biggest ticket item, like you said. ਘਰ ਬਾਏ ਕਰਨਾ ਨਵੇਂ ਬੰਦੇ ਲਈ ਜਿਹਨੇ ਸਟਾਰਟ ਆਊਟ ਕਰਨਾ ਆ, ਉਸ ਦੇ ਲਈ ਘਰ ਬਾਏ ਕਰਨਾ ਇਟਸ ਅ ਬਿਗ ਚੈਲੰਜ। ਸੋ ਇਸ ਦੇ ਨਾਲ ਜਿਹੜਾ ਰੈਂਟ ਹੈ ਦੈਟਸ ਪ੍ਰੀਟੀ ਹਾਈ। ਸੋ ਜਿਵੇਂ ਤੁਸੀਂ ਕਿਹਾ ਜਿਹੜੀ ਮਿਨੀਮਮ ਵੇਜ ਹੈ ਉਹ ਜਿਹੜੀ ਹੈਗੀ ਹੈ, ਈਵਨ ਇਸ ਬੇਸਿਕਸ ਆਫ ਲਾਈਫ ਹੈ ਜਿਹੜੇ ਉਹੀ ਮਸਾਂ ਪੂਰੇ ਹੁੰਦੇ ਆ। ਸੋ ਬਾਕੀ ਜਿਹੜਾ ਤੁਸੀਂ ਪਾਰਟੀਆਂ ਦਾ ਜਿਹੜਾ ਕਿਹਾ ਪਲੇਟਫਾਰਮ, it's very mandate in a lot of ways, very clear. The BC Liberals are pro-business and NDP is pro-union. So ਦੋਵੇਂ ਇੱਕ ਦੂਜੇ ਨਾਲ ਲਾਈਨ ਕ੍ਰਾਸ ਵੀ ਕਰਦੇ ਆ। ਉਹ ਵੀ ਕਹਿੰਦੇ ਵੀ ਅਸੀਂ ਸਮਾਲ ਬਿਜ਼ਨਸ ਨੂੰ ਇਨਕਰੇਜ ਕਰਾਂਗੇ ਐਂਡ BC Liberals say we are not against unions. So ਇਹ ਬੜਾ ਸੋਹਣਾ ਮਿਕਸ ਜਿਹੜਾ ਹੈਗਾ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਲਾਈਨਾਂ ਜਿਹੜੀਆਂ ਕਲੀਅਰ ਹੈ ਪਰ ਫਿਰ ਵੀ ਕਈ ਏਰੀਆਜ਼ ਜਿਹੜੇ ਫਜੀ ਹੈਗੇ ਆ। ਸੋ ਆਪਣੇ ਕੋਲੇ 2 ਮਿੰਟ ਦਾ ਹੋਰ ਟਾਈਮ ਹੈਗਾ ਅਰਸ਼, ਤੁਹਾਡੇ ਫਾਈਨਲ ਕਮੈਂਟਸ। ਬਿਲਕੁਲ, ਮੈਂ ਤਾਂ ਇਹੀ ਕਹਿਣਾ ਹੈ ਕਿ ਘਰੋਂ ਨਿਕਲੋ ਤੇ ਵੋਟ ਜਿਹੜੀ ਆ ਜ਼ਰੂਰ ਪਾ ਕੇ ਆਓ, ਕਿਉਂਕਿ ਜਿਹੜੀ ਵੋਟ ਹੈਗੀ ਆ ਉਹਦਾ ਅਧਿਕਾਰ ਸਾਨੂੰ ਬਹੁਤ ਹੀ ਮੁਸ਼ਕਲਾਂ ਦੇ ਬਾਅਦ ਮਿਲਿਆ। ਵੋਟ ਜ਼ਰੂਰ ਪਾ ਕੇ ਆਓ। ਜਿਹੜੇ ਮੁੱਖ ਇਸ਼ੂ ਹੈਗੇ ਨੇ, ਕਿਹੜੀ ਪਾਰਟੀ ਦੇ ਵਧੀਆ ਪ੍ਰੋਮਿਸਿਸ ਹੈਗੇ ਨੇ ਉਹਨਾਂ ਨੂੰ ਦੇਖੋ, ਕਿਉਂਕਿ ਜੇ ਹੋਮਲੈਸਨੈਸ ਨੂੰ ਦੇਖੀਏ, ਅਸੀਂ ਹਾਊਸਿੰਗ ਨੂੰ ਦੇਖੀਏ, ਅਸੀਂ ਓਵਰਡੋਜ਼ ਨੂੰ ਦੇਖੀਏ, ਅਸੀਂ ਸੀਨੀਅਰਸ ਦੇ ਇਸ਼ੂਜ਼ ਨੂੰ ਦੇਖੀਏ, ਅਸੀਂ ਬਹੁਤ ਸਾਰੇ ਇਸ਼ੂ ਹੈਗੇ ਨੇ ਜਿਨ੍ਹਾਂ ਦੇ ਨੂੰ ਦੇਖ ਕੇ ਪਾਰਟੀ ਦਾ ਪਲੇਟਫਾਰਮ ਜਾਣ ਕੇ, ਟਰੱਕਰਸ ਦੇ ਇਸ਼ੂ ਨੇ, ਟੈਕਸੀ ਵਾਲਿਆਂ ਦੇ ਇਸ਼ੂ ਨੇ, ਬਹੁਤ ਸਾਰੇ ਇਸ਼ੂ ਨੇ ਜਿਹੜੇ ਸਾਹਮਣੇ ਆ ਰਹੇ ਨੇ। ਪਰ ਪਾਰਟੀ ਦਾ ਪਲੇਟਫਾਰਮ ਕੀ ਕਹਿੰਦਾ ਕਿ ਉਹ ਵਾਅਦੇ ਕਰਕੇ ਭੁੱਲ ਜਾਂਦੇ ਨੇ ਜਾਂ ਵਾਅਦੇ ਨਿਭਾਉਂਦੇ ਵੀ ਨੇ। ਪਾਰਟੀ ਦਾ ਰੈਕੋਰਡ ਦੇਖ ਕੇ ਹੀ ਅਸੀਂ ਵੋਟ ਪਾਈਏ ਤੇ ਤੁਹਾਨੂੰ ਅਸੀਂ ਸਾਰਾ ਦਿਨ ਅੱਜ ਤੇ ਕੱਲ ਨੂੰ ਇਲੈਕਸ਼ਨ ਵਾਲੇ ਦਿਨ ਲਾਈਵ ਤੁਹਾਨੂੰ ਅਪਡੇਟਸ ਦਿੰਦੇ ਰਵਾਂਗੇ ਕਿ ਕੀ ਕੁਝ ਹੋ ਰਿਹਾ ਪੋਲਿੰਗ ਸਟੇਸ਼ਨ ਦੇ ਉੱਤੇ, ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ, ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ। ਬਸ ਸਿਰਫ ਇਹੀ ਕਹਿਣਾ ਹੈ ਕਿ ਤੁਸੀਂ ਵੋਟ ਜ਼ਰੂਰ ਪਾ ਕੇ ਆਓ। ਥੈਂਕ ਯੂ ਅਰਸ਼, ਤੁਹਾਡਾ ਬਹੁਤ ਧੰਨਵਾਦ ਮੇਰੇ ਕੋ ਹੋਸਟ। ਤੇ ਅਸੀਂ ਕਈ ਵਾਰੀ ਜਿਹੜੇ ਸਾਡੇ ਵਿਊਅਰਸ ਹੈ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੰਦੇ ਆ। ਸੋ ਜਿਸ ਤਰ੍ਹਾਂ ਅਰਸ਼ ਨੇ ਕਿਹਾ ਕਿ ਵੋਟ ਦਾ ਜਿਹੜਾ ਅਧਿਕਾਰ ਹੈ ਇਹਨੂੰ ਜ਼ਰੂਰ ਐਕਸਰਸਾਈਜ਼ ਕਰੋ ਰਿਗਾਰਡਲੈਸ ਆਫ ਯੂਰ ਏਜ। ਐਂਡ ਸਾਰੇ ਜਿਹੜੇ ਇਲੈਕਸ਼ਨ ਆਫਿਸਿਸ ਹੈ, ਡਜ਼ਨਟ ਮੈਟਰ BC ਲਿਬਰਲ, ਗ੍ਰੀਨ ਔਰ NDP, ਇਹਨਾਂ ਦੇ ਆਫਿਸਿਸ ਇਹ ਰਾਈਡ ਦਾ ਵੀ ਥੋੜਾ ਅਰੇਂਜਮੈਂਟ ਕਰ ਸਕਦੇ ਆ, ਤੁਹਾਡੀ ਹੈਲਪ ਕਰ ਸਕਦੇ ਆ। ਸੋ ਵੋਟ ਜ਼ਰੂਰ ਪਾਉਣ ਜਾਓ। ਸੋ ਇਸੇ ਹੀ ਤਰ੍ਹਾਂ ਜਿਹੜਾ ਸਾਡਾ ਨੈਟਵਰਕ ਹੈ ਉਹ ਅੱਜ ਵੀ ਲੇਟਰ ਔਨ ਲਾਈਵ ਤੁਹਾਨੂੰ BC ਇਲੈਕਸ਼ਨ 2020 ਦੇ ਬਾਰੇ ਇਨਫੋਰਮੇਸ਼ਨ ਦਿੰਦਾ ਰਹੂਗਾ। ਤੇ ਟੁਮਾਰੋ ਵੀ ਸਾਡੇ ਕਾਫੀ ਐਕਸਪਰਟ ਪੈਨਲਸ ਜਿਹੜੇ ਆ ਅਸੀਂ ਇਨਵਾਈਟ ਕੀਤੇ ਆ, ਉਹ ਵੀ ਤੁਹਾਨੂੰ ਅਪ ਟੂ ਡੇਟ ਰੱਖਣਗੇ ਕਿ ਬ੍ਰਿਟਿਸ਼ ਕੋਲੰਬੀਆ ਦੇ ਇਲੈਕਸ਼ਨ ਦੇ ਵਿੱਚ ਕੀ ਹੋ ਰਿਹਾ ਹੈ। ਤੇ ਕੱਲ ਰਾਤ ਨੂੰ ਨਜ਼ਦੀਕ ਪਹੁੰਚ ਕੇ ਪਤਾ ਲੱਗੂਗਾ ਕਿ ਕੀ ਪਿਕਚਰ ਹੈਗੀ ਹੈ। ਸੋ ਇਸੇ ਤਰ੍ਹਾਂ ਹੀ ਵਾਚ ਕਰਦੇ ਰਹੋ ਸਾਂਝਾ TV। ਬਹੁਤ ਧੰਨਵਾਦ।